ਰੱਬ ਦੇ ਦਾਸਾਂ ਨੂੰ ਵੀ ਜੈ ਮਸੀਹ ਦੀ, ਆਈ ਹੋਈ ਸੰਗਤ ਨੂੰ ਵੀ ਜੈ ਮਸੀਹ ਦੀ। ਮੈਂ ਇੱਥੋਂ ਦੇ ਰਹਿਣ ਵਾਲੀ, ਮੇਰਾ ਨਾਮ ਰੋਜੀ। ਮੇਰੇ ਨਾ ਬੇਟੇ ਦੀ ਲੱਤ ਪੀੜ ਹੁੰਦੀ ਸੀ ਬੜੀ, ਵਾਹਵਾ ਦਿਨ ਹਫ਼ਤਾ ਹੁੰਦੀ ਰਹੀ ਪੀੜ, ਪਰ ਮੈਂ ਦਵਾਈ ਨਹੀਂ ਕੋਈ ਵੀ ਲਈ ਤੇ ਐਤਵਾਰ ਲੈ ਹਨ ਹੋਇਆ ਤੇ ਉਦੋਂ ਦਾ ਠੀਕ ਠਾਕ। ਕਿੰਨੇ ਦਿਨ ਤੋਂ ਲੱਤ ਦਰਦ ਹੋ ਰਹੀ ਸੀ? ਵਾਹਵਾ 10-15 ਦਿਨ ਹੋ ਗਏ। 10-15 ਦਿਨ ਤੋਂ ਲੱਤ ਦਰਦ। ਮੈਡੀਸਿਨ ਲਈ ਕੁਛ ਖਾਦਾ, ਕੁਛ ਲਿਆ? ਨਾ ਕੁਛ ਨਹੀਂ ਲਿਆ, ਕੁਛ ਨਹੀਂ ਲਿਆ। ਹਾਂਜੀ ਹੁਣ ਉਦੋਂ ਦੀ ਬਿਲਕੁਲ ਠੀਕ ਆ? ਹਾਂਜੀ। ਜਦੋਂ ਲੱਤ ਦਰਦ ਹੁੰਦੀ ਕੀ ਗੱਲ ਕੀ ਕਰਦਾ? ਰੋਂਦਾ ਸੀ? ਨਹੀਂ ਰੋਂਦਾ ਨਹੀਂ ਹੁੰਦਾ, ਕਹਿੰਦਾ ਹੁੰਦਾ ਮੇਰੀ ਲੱਤ ਦਰਦ ਹੁੰਦੀ, ਮੇਰੇ ਕੋਲ ਤੁਰਿਆ ਨਹੀਂ ਜਾਂਦਾ। ਹਾਂ। ਤੇ ਜਦੋਂ ਸੰਡੇ ਵਿੱਚ ਤੁਸੀਂ ਹੱਥ ਰਖਾ ਕੇ ਪ੍ਰੇਅਰ ਕਰਾਈ ਆ, ਹੁਣ ਉਦੋਂ ਦਾ ਬੱਚਾ ਬਿਲਕੁਲ ਠੀਕ ਆ? ਹਾਂਜੀ ਠੀਕ ਠਾਕ ਹੋ ਗਿਆ। ਠੀਕ ਆ, ਤਾਰੀਫ ਕਰੋ ਜ਼ੋਰ ਦੇ ਨਾਲ, ਕਿਉਂਕਿ ਪ੍ਰਭੂ ਮਹਾਨ। ਇੱਕ ਤੁਹਾਡੇ ਉਹ ਜਿਹੜੀ ਤੁਹਾਡੀ ਆਪਣੀ ਗਵਾਹੀ ਲਾਗਲੇ ਵਾਲਿਆਂ ਦੀ, ਤੁਸੀਂ ਦੇ ਦਿਓ ਉਹਨਾਂ ਦੀ ਗਵਾਹੀ, ਗਵਾਂਢੀਆਂ ਦੀ, ਜਿਹੜੀ ਰਾਤੀ ਸਿਸਟਰ ਕਹਿਣ ਦੀ। ਸਾਡੇ ਗਵਾਂਢੀਆਂ ਦਾ ਬੇਟਾ 10-12 ਸਾਲ ਦਾ, ਤੇ ਜਦੋਂ ਸਕੂਲ 'ਚ ਮਤਲਬ ਮੀਟਿੰਗ ਹੋਈ ਨਾ, ਉਦੋਂ ਦੇ ਉਹਨਾਂ ਦੇ ਕੰਨ ਬੜੇ ਵਗਦੇ ਸੀ 5-6 ਸਾਲ ਤੋਂ ਪਹਿਲਾਂ। ਤੇ ਜਦੋਂ ਉੱਥੇ ਮੀਟਿੰਗ 'ਚ ਗਏ ਤੇ ਉਦੋਂ ਦੇ ਉਹ ਕੰਨ ਵਗਣੋਂ ਹਟ ਗਏ ਆ, ਤੇ ਬੜੀ ਸਮੈਲ ਵੀ ਇਹਦੇ ਕੋਲੋਂ ਬੜੀ ਆਉਂਦੀ ਹੁੰਦੀ ਸੀ, ਗੰਦੀ ਜੀ। ਹਾਂ ਹਾਂ। ਉਦੋਂ ਦਾ ਉਹ ਮਤਲਬ ਆਜ਼ਾਦ ਆ, ਉਦੋਂ ਦੇ ਠੀਕ ਠਾਕ। ਹੁਣ ਕੰਨ ਬਿਲਕੁਲ ਠੀਕ ਆ? ਹਾਂਜੀ। ਜਦੋਂ ਤੁਸੀਂ ਵੇਖੀ ਸਕੂਲ ਵਿੱਚ ਜਿਹੜੀ ਆਪਾਂ ਰਾਤ ਮੀਟਿੰਗ ਕੀਤੀ ਆ, ਉਸ ਮੀਟਿੰਗ 'ਚ ਜਦੋਂ ਅਨੈਂਟਿੰਗ ਆਇਲ ਲਗਾਇਆ, ਹਾਂਜੀ, ਉਸ ਤੋਂ ਬਾਅਦ ਕੰਨ ਬਿਲਕੁਲ ਠੀਕ ਹੈ? ਕਿੰਨੋਂ ਤੋਂ ਪਹਿਲੋਂ ਕਿੰਨੇ ਚਿਰ ਤੋਂ ਕੰਨ ਉਹਦੇ ਵਗਣ ਡੇ? 6 ਮਹੀਨਿਆਂ ਤੋਂ? ਨਹੀਂ 5-6 ਸਾਲ ਤੋਂ। ਕਿੰਨੇ ਲੋਕ ਸੁਣਦੇ 5-6 ਸਾਲ ਤੋਂ ਕੰਨਾਂ ਦੀ ਪ੍ਰੋਬਲਮ, ਔਰ ਉਹਦੇ ਕੰਨ ਵਗਦੇ ਔਰ ਬਹੁਤ ਸਾਰੀ ਸਮੈਲ ਸਿਸਟਰ ਕਹਿੰਦੀ ਕੰਨ ਵਗਦੇ ਵੀ ਸੀ ਤੇ ਕੰਨ 'ਚ ਸਮੈਲ ਬੜੀ ਆਉਂਦੀ ਹੁੰਦੀ। ਹਾਂ। ਉਸ ਤੋਂ ਬਾਅਦ ਜਦੋਂ ਪ੍ਰਭੂ ਦੇ ਦਾਸਾਂ ਨੇ ਘੋਸ਼ਣਾ ਕੀਤੀ ਕਿ ਕੰਨਾਂ ਦੇ ਰੋਗੀ ਪ੍ਰੋਬਲਮਾਂ ਜਾ ਰਹੀਆਂ, ਉਸ ਤੋਂ ਬਾਅਦ ਜਦੋਂ ਕੰਨਾਂ ਵਿੱਚ ਆਇਲ ਪਾਇਆ, ਅੱਜ ਕਿੰਨਾ ਚਿਰ ਹੋ ਗਿਆ ਆਪਣੇ ਕੋਲ ਬੰਦਗੀ ਹੋਈ ਨੂੰ? ਕਿਹੜੇ ਮਹੀਨੇ 'ਚ ਹੋਈ ਬੰਦਗੀ ਆਪਣੇ ਚਰਚ ਦੀ? ਉਹ ਮੇਰੇ ਕੋਲ 11ਵੇਂ ਮਹੀਨੇ 'ਚ ਹੋਈ ਨਾ? 11ਵੇਂ 'ਚ ਅੱਜ 11-12 ਯਾਨੀ ਕਿ ਫਿਰ 4 ਮਹੀਨੇ ਹੋ ਚੱਲੇ। ਹੁਣ ਬਿਲਕੁਲ ਠੀਕ ਆ? ਚੌਥਾ ਯਾਨੀ ਕਿ ਚੜ ਗਿਆ। ਹਾਂਜੀ ਠੀਕ ਠਾਕ। ਹੁਣ ਬਿਲਕੁਲ ਕੰਨ ਓਕੇ ਆ? ਹਾਂਜੀ। ਉਹਨਾਂ ਨੂੰ ਸੰਡੇ ਵਿੱਚ ਵੀ ਲਿਆ ਕੇ ਗਵਾਹੀ ਕਰਾਉਣੀ, ਕਿਉਂਕਿ ਤੁਸੀਂ ਗਵਾਹੀ ਦੀ ਤੋਂ ਬੱਚਾ ਲਿਆ ਕੇ ਪੂਰੀ ਤਰ੍ਹਾਂ ਕੈਮਰਾ ਉਹਦੇ ਜ਼ੂਮ ਕਰਕੇ ਸਾਰੇ ਬੰਨੋਂ ਵੇਖ ਕੇ ਫਿਰ ਗਵਾਹੀ ਕਰਾਂਗੇ। ਠੀਕ ਹੈ। ਹੋਰ ਕੁਛ ਭੈਣ? ਹੋਰ ਕੁਛ ਬੜਾ ਵਧੀਆ। ਤਾਰੀਫ ਕਰ ਦੋ ਸਭ ਜ਼ੋਰ ਦੇ ਨਾਲ ਮਿਲ ਕੇ। ਹੋਰ ਕੋਈ ਗਵਾਹੀ? ਹਾਂ ਨੈਕਸਟ। ਹਾਂਜੀ ਇੱਕ ਗਵਾਹੀ शॉर्ट फॉर्म करनी, ज़्यादा लंबा नहीं करना क्योंकि समा काफ़ी हो चुका। हाँ जी हाँ जी। हालेलुया हालेलुया हालेलुया। सब दा पहला बाप और बेटा पवित्र आत्मा जी का स्वागत, जिन्हां दी हजूरी च आपां बैठे हैं कि प्रभु महान आ, क्योंकि उन्हां दे प्यार दा सबूत आ। यूहन्ना 3:16 च लिखिया, प्रभु ने जगत नाल जिहा प्यार कीता कि उन्हें अपना लौता पुत्र साडे पापा दे खातर बख्श दिता। ये उन्होंने प्यार का सबूत आ। कि मेरी गवाही ये है कि मैं ज़्यादा समा नहीं लवांगा। प्रभु दे दासां ने पहलों बोलिया कि जो प्रभु दे दास वचन दे विच बोल रहे सी कि यूहन्ना दी पहली पत्री ओदी 1:8 विच कि जे असीं कहने किसी पापी नहीं तां असीं अपने आप नूं धोखा दिंदे, क्योंकि अज साडी पाप दी बीमारी है। कोई भी इंसान आ पाप करदा तो ओदी बीमारी है। अनाज्ञाकारी भी किसी प्रकार का कोई भी ये पाप आ कि पाप। क्योंकि मैं गवाही देना चाहना कि मेरी अनाज्ञाकारी तो और मैनू पाप होया, मैं परमेश्वर की अनसुनती की, प्रभु की गल ते गौर नहीं किया कि चंगे तरीके ना परमेश्वर नू और पवित्र बाइबल जो कुछ भी आत्मिक शस्त्र सी नहीं मन्निया। पर 10 दिन ब्लड आउंदा रहा बलगम दे राही। 10 दिन ब्लड पूरा कि ओहदे विच बलगम नहीं सी दीदी, पूरा ब्लड ही नज़र आउंदा, पूरा ही ब्लड। उस तो बाद शनिवार किसी के घर बंदगी करन गए, ये मुंडे मेरे नाल जिहड़े प्रभु ने मैनू नौजवान दिते आ, क्योंकि ये मेरे नाल सी कि जब असी बंदगी करके आए वो चर्च में जो भवन खुदा ने मैनू दिता, उत्थे आए तो उत्थे ब्लड की उल्टी बड़े जोर ना आई। तो हो सकता चलो ये भी वेख के घबरा गए हो, पता नहीं मैनू खुदा ही जानता। क्योंकि जब ब्लड आया तो उस तो बाद मैं प्रभु के दासां नाल, क्योंकि मैं इन्हां दे मूहों शब्द सुनिया सी कि प्रार्थना करन वाले होवो, प्रार्थना कराउण वाले ना होवो। पर मैं इन्हां नूं कदी नजायज फोन नहीं किया। जिवें इन्हां पहला वचन दे विच बोलिया कि माड़ी जी लत्त च दर्द होई तो संतां नूं फोन करता, इस तरह नहीं। पर मेरे ते कोई वड्डी मुसीबत आवे कि जदों मेरे वसों का बाहर हो जाता, फिर इन्हां नूं मैं कहना तो फिर मेरे वास्ते की करो।
ਦੁਆ ਕਰੋ। ਕਹੇ ਮੈਂ ਇਹਨਾਂ ਨੂੰ ਕਦੀ ਨਜਾਇਜ਼ ਤੰਗ ਨਹੀਂ ਕੀਤਾ, ਕਦੀ ਇਹਨਾਂ ਨੂੰ ਮੈਂ ਫੋਨ ਨਹੀਂ ਨਜਾਇਜ਼ ਕੀਤਾ, ਨਿੱਕੀਆਂ ਮੋਟੀਆਂ ਮੁਸੀਬਤਾਂ ਤੇ ਮੈਂ ਕਦੀ ਇਹਨਾਂ ਨੂੰ ਫੋਨ ਨਹੀਂ ਕੀਤਾ। ਕਿ ਜਦੋਂ ਮੇਰੇ ਵੱਸੋਂ ਕੰਮ ਬਾਹਰ ਹੋ ਜਾਂਦਾ ਫਿਰ ਇਹਨੇ ਕਹਿਣਾ ਸੰਤ ਜੀ ਹੁਣ ਮੇਰੇ ਤੇ ਕੀ ਕਰੋ, ਪ੍ਰਾਰਥਨਾ ਕਰੋ ਮੈਂ ਕਾਇਮ ਹੋਵਾਂ ਤੇ ਮੈਂ ਪ੍ਰਭੂ ਦੀ ਮਹਿਮਾ ਕਰਾਂ। ਠੀਕ ਹੈ, ਇਹਨਾਂ ਨੇ ਪ੍ਰੇਤ 2 ਵਾਰ ਮੈਂ ਇਹਨਾਂ ਕੋਲ ਦੁਆ ਕਰਾਈ ਤੇ ਇਹਨਾਂ ਨੇ ਪਰਮੇਸ਼ਰ ਨੇ ਉਹ ਜੋ ਮਾਂਦਗੀ ਦਾ ਆਤਮਾ ਹੀ, ਬਲੱਡ ਦਾ ਆਤਮਾ, ਦੁਸ਼ਟ ਆਤਮਾ ਹੀ, ਜਦ ਇਹਨਾਂ ਨੇ 2 ਵਾਰ ਮੇਰੇ ਤੇ ਪ੍ਰੇਅਰ ਕੀਤੀ, ਮੈਂ ਇਹਨਾਂ ਅੱਗੇ ਰਿਕਵੈਸਟ ਕੀਤੀ, ਇਹਨਾਂ ਅੱਗੇ ਬੇਨਤੀ ਕੀਤੀ, ਇਹਨਾਂ ਅੱਗੇ ਰੋਇਆ, ਇਹਨਾਂ ਅੱਗੇ ਨੀਵਾਂ ਹੋਇਆ, ਆਪਣੇ ਆਪ ਨੂੰ ਪਰਮੇਸ਼ਰ ਦੇ ਅੱਗੇ ਡੋਲਿਆ, ਇਹਨਾਂ ਸੰਤਾਂ ਦੇ ਅੱਗੇ ਡੋਲਿਆ, ਇਹਨਾਂ ਦੁਆ ਕੀਤੀ। ਅੱਜ ਮੈਂ ਬਿਲਕੁਲ ਕਾਇਮ ਹਾਂ, ਮੇਰੇ ਤੇ ਕਿਰਪਾ ਹੈ ਔਰ ਬਲੱਡ ਵਗੈਰਾ ਬਲਗਮ ਸਭ ਕੁਝ ਆਊਟ ਹੋ ਚੁੱਕਾ ਸਭ ਯਿਸੂ ਮਸੀਹ ਦੇ ਨਾਮ ਵਿੱਚ। ਤੇ ਕੱਲ ਮੈਂ ਟੋਲਟ ਵਿੱਚ ਬੈਠਾ ਹਾਂ, ਟੋਲਟ ਵਿੱਚ ਗਿਆ, ਉੱਥੇ ਮੈਨੂੰ ਪ੍ਰਭੂ ਦੀ ਆਵਾਜ਼ ਆ ਰਹੀ ਤਾਂ ਅੱਜ ਤੋਂ ਬਾਅਦ ਤੇਰਾ ਮੈਡੀਸਨ ਜਿਹੜਾ ਸਟਾਪ ਲਾ ਦੇ, ਅੱਜ ਤੋਂ ਬਾਅਦ ਮੈਡੀਸਨ ਨਾ ਖਾਈ। ਉੱਥੇ ਮੈਨੂੰ ਪ੍ਰਭੂ ਦੀ ਆਵਾਜ਼ ਹੈ ਕਿ ਅੱਜ ਤੋਂ ਬਾਅਦ ਮੈਡੀਸਨ ਸਟਾਪ ਲਾ ਦੇ, ਅੱਜ ਤੋਂ ਬਾਅਦ ਨਾ ਖਾਈ। ਮੈਂ ਤੇਰੇ ਨਾਲ ਹਾਂ, ਮੈਂ ਤੈਨੂੰ ਛੱਡਾਂਗਾ ਨਹੀਂ। ਆਮੀਨ ਆਮੀਨ ਆਮੀਨ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਮੇਰੇ ਜੀਵਨ ਦੀ ਗਵਾਹੀ ਇਸ ਤਰ੍ਹਾਂ ਵੀ ਜਦੋਂ ਮੈਂ ਕੁਆਰਾ ਨਾ ਹਾਂ, ਮਤਲਬ ਵੀ ਪਰਮੇਸ਼ਰ ਦੇ ਵਚਨਾਂ ਦੇ ਵੀ ਚੱਲਦਾ ਨਾ ਹਾਂ, ਤੇ ਇਸ ਜਗ੍ਹਾ ਦੇ ਵਿੱਚ ਸੰਗਤ ਹੁੰਦੀ ਸੀ, ਸਿਰਫ ਅਸੀਂ 10 ਜਾਣੇ ਹੁੰਦੇ ਹਾਂ। ਤੇ ਮਤਲਬ ਮੈਂ ਭਜਨ ਵੀ ਬੋਲਣੇ ਤੇ ਵਰਸ਼ਿਪ ਵੀ ਕਰਨੀ, ਪ੍ਰਾਰਥਨਾ ਕਰਨੀ, ਤੇ ਸੰਤਾਂ ਨੇ ਜਿੱਦਾਂ ਕਹਿਣਾ ਮੈਂ ਉੱਦਾਂ ਚੱਲਣਾ। ਤੇ ਬਾਅਦ ਜਦੋਂ ਮੈਂ 3 ਸਾਲ ਗੈਪ ਪਾਤਾ ਘਰ ਦੇ ਵਿੱਚੋਂ, 3 ਸਾਲ ਗੈਪ ਪਾਤਾ, ਤੇ ਬਾਅਦ ਮੈਂ ਮਤਲਬ ਵੀ ਕੰਮ ਤੇ ਜਾਣਿਆ ਹਾਂ, ਤੇ ਉਹਦੇ ਨਾ ਮਤਲਬ 3 ਜਣੇ ਸੀ ਤੇ ਸਕੂਟਰ ਤੇ ਜਾਂਦੇ ਹਾਂ, ਤੇ ਮਤਲਬ ਵੀ ਸਾਡਾ ਨਾ ਸਾਹਮਣੇ JCB ਆਣ ਕੇ ਵਿੱਚ ਵੱਜ ਗਈ। ਉਹਦੇ ਕਾਰਨ ਮੇਰੀ ਨਾ ਜਿਹੜੀ ਬਾਂਹ ਨਾ ਇਹ ਟੁੱਟ ਗਈ, ਤੇ ਜਿਹੜਾ ਚਲਾਉਂਦਿਆ ਸੀ ਨਾ ਉਹਦਾ ਮਤਲਬ ਆਹ ਚੀਜ਼ ਸਾਰੀ ਪਾੜ ਗਈ। ਤੇ ਪਰ ਫਿਰ ਵੀ ਪਰਮੇਸ਼ਵਰ ਨੇ ਸਿਰਫ ਮੇਰੀ ਬਾਂਹ ਹੀ ਤੋੜੀ, ਹੋਰ ਮੇਰਾ ਜਿਹੜਾ ਫੇਸ ਉਹ ਬਚਾ ਕੇ ਰੱਖਿਆ। ਜਿਹੜਾ ਮੁੰਡਾ ਚਲਾਉਂਦਿਆ ਸੀ ਉਹ 'ਤੇ 1.5 ਲੱਖ ਰੁਪਇਆ ਲੱਗਾ, ਤੇ ਮੇਰੇ 'ਤੇ ਕੋਈ ਪੈਸਾ ਨਹੀਂ ਸਿਰਫ ਲੱਗਾ, ਕਿਉਂਕਿ ਪਰਮੇਸ਼ਵਰ ਮੈਨੂੰ ਇਸਤੇਮਾਲ ਕਰਨਾ ਚਾਹੁੰਦਾ ਸੀ ਕੰਮਾਂ ਵਿੱਚ। ਤੇ ਬਾਅਦ ਉਸ ਤੋਂ ਬਾਅਦ ਮੈਂ ਫਿਰ ਆਉਣ ਡਿਆ, ਮੈਂ ਫਿਰ ਹਟ ਗਿਆ। ਉਸ ਤੋਂ ਬਾਅਦ ਮੈਨੂੰ TV ਹੋ ਗਈ। TV ਦੀ ਮੈਂ 6 ਮਹੀਨੇ ਦਵਾਈ ਖਾਧੀ, ਤੇ ਮੈਂ ਮਤਲਬ ਫਰਕ ਫਿਰ ਵੀ ਨਹੀਂ ਪਿਆ ਮੈਨੂੰ। ਬਾਅਦ ਫਿਰ ਡੈਡੀ ਨਾਲ ਸੰਤਾਂ ਨੂੰ ਕਿਹਾ ਵੀ ਮਤਲਬ ਡੈਡੀ ਮੇਰਾ ਮੁੰਡਾ ਮੇਰਾ ਜ਼ਿਆਦਾ ਨਹੀਂ ਠੀਕ ਹੈਗਾ, ਤੇ ਤੁਸੀਂ ਆਣ ਕੇ ਪ੍ਰਾਰਥਨਾ ਕਰਿਓ। ਤੇ ਮੈਂ ਮੰਜੇ ਦੇ ਲੰਮੇ ਪਿਆ ਹਾਂ, ਤੇ ਸੰਤ ਆਏ, ਸੰਤਾਂ ਨੇ ਮੇਰੇ 'ਤੇ ਪ੍ਰਾਰਥਨਾ ਜਦੋਂ ਕਰਨ ਡਿਆ ਵੇ ਨਾ, ਮੇਰੀਆਂ ਅੱਖਾਂ ਆਪੇ ਬੰਦ ਹੋ ਗਈਆਂ। ਜਦੋਂ ਮੇਰੀਆਂ ਅੱਖਾਂ ਬੰਦ ਹੋ ਗਈਆਂ, ਮੈਂ ਮੰਜੇ ਤੋਂ ਥੱਲੇ ਡਿੱਗ ਗਿਆ। ਮੰਜੇ ਤੋਂ ਥੱਲੇ ਡਿੱਗ ਗਿਆ, ਤੇ ਮਤਲਬ ਮੇਰੀਆਂ ਖੇਤਰਪਾਲ ਨੇ ਮੈਨੂੰ ਫੜਿਆ ਸੀ, ਮਤਲਬ ਉਹ ਮਤਲਬ ਮੇਰੇ ਵਿੱਚ ਬੋਲਣ ਡਿਆ ਪਿਆ ਵੀ ਮਤਲਬ ਵੀ ਇਹ ਮਤਲਬ ਵੀ ਹੁਕਮਾਂ 'ਤੇ ਨਹੀਂ ਪਰਮੇਸ਼ਰ ਦੇ ਚੱਲਦਾ, ਇਸ ਕਰਕੇ ਤੇ ਮੈਂ ਟੈਪ ਕਰ ਦੇਣਾ। ਉਸ ਤੋਂ ਬਾਅਦ ਮੇਰੀ ਫਿਰ ਇੱਕ ਹੋਰ ਗਵਾਹੀ ਆ। ਉਸ ਤੋਂ ਬਾਅਦ ਮੈਨੂੰ ਨਾ ਮਤਲਬ ਮੈਂ ਮਹੀਨਾ ਇਹਨਾਂ ਦਾ ਜੋ ਮੈਂ ਠੀਕ ਹੋ ਜਾਂਦਾ ਨਾ, ਫਿਰ ਮਹੀਨਾ ਗਾਉਣਾ, ਫਿਰ ਹਟ ਜਾਣਾ। ਤੇ ਬਾਅਦ ਫਿਰ ਮੈਨੂੰ ਗੜ ਹੋ ਗਏ ਮੇਰੇ ਸਰੀਰ ਦੇ ਉੱਤੇ। ਤੇ ਗੜ ਜਦੋਂ ਹੋ ਗਏ ਤੇ ਮਤਲਬ ਵੀ ਨਾ 3 ਇੰਚ ਨਹੀਂ 3 ਇੰਚ ਡੂੰਘ ਪੈਣ ਡਿਆ ਵਾ। ਉਹਦੀ ਮੈਂ ਮਹੀਨਾ 2 ਮਹੀਨੇ ਦਵਾਈ ਖਾਧੀ, ਮੈਨੂੰ ਫਿਰ ਫਰਕ ਨਾ ਪਿਆ। ਫਿਰ ਮੈਂ ਸੰਤਾਂ ਕੋਲ ਆਇਆ, ਤੇ ਫਿਰ ਸੰਤਾਂ ਨੇ ਫਿਰ ਖੂਨ ਮਸਾ ਕਰਕੇ ਦਿੱਤਾ। ਉਹ ਹਫ਼ਤੇ ਮੈਂ ਮਹੀਨਾ 1.5 ਮਹੀਨਾ ਦਵਾਈ ਖਾਧੀ, ਉਹਨਾਂ ਫਰਕ ਨਹੀਂ ਪਿਆ। ਬਾਅਦ ਹਫ਼ਤਾ ਮੈਂ ਖੂਨ ਲਾਉਂਦਾ ਰਿਹਾ, ਤੇ ਉਹ ਹੌਲੀ ਹੌਲੀ ਫਿਰ ਮੇਰੇ ਜਿਹੜੇ ਗੜ ਸੀ ਉਹ ਠੀਕ ਹੁੰਦੇ ਗਏ। ਤੇ ਹੁਣ ਮੈਂ ਫਿਰ ਹਟ ਗਿਆ, ਫਿਰ ਮਤਲਬ ਵੀ ਮਹੀਨਾ ਕੁ ਫਿਰ ਆਇਆ, ਤੇ 3 ਮਹੀਨਿਆਂ ਬਾਅਦ ਮੈਂ ਫਿਰ ਹੁਣ ਇੱਥੇ ਆਇਆ। ਉਹ ਮੈਂ ਇਸ ਕਰਕੇ ਆਇਆ ਵੀ ਮਤਲਬ ਵੀ ਨਾ ਮੇਰੇ ਨਾ ਮੈਂ ਕੰਮ ਤੇ ਚੰਗਾ ਭਲਾ ਜਾਣਿਆ, ਤੇ ਮੈਂ ਨਾ ਮੈਨੂੰ ਖਾਂਸੀ ਬੜੀ ਆਉਂਦੀ, ਮੈਂ ਫਿਰ ਨਾ ਕਿਤੇ ਰੋਗ ਲੱਗ ਜੇ। ਤੇ ਮੈਂ ਨਾ ਮਤਲਬ ਵੀ ਮੈਂ 1 ਮਹੀਨਾ ਹੋ ਗਿਆ ਮੈਨੂੰ ਮਤਲਬ ਲਗਾਤਾਰ ਫਿਰ ਖਾਂਸੀ ਆਉਣ ਡਿਆ ਵੀ, ਮੈਂ ਫਿਰ ਮੈਡੀਸਨ ਖਾਣ ਡਿਆ ਪਿਆ, ਤੇ ਮੈਡੀਸਨ ਨਾਲ ਬਣਾ ਮੈਨੂੰ ਫਰਕ ਪਿਆ। ਫਿਰ ਮੈਂ 4 ਦਿਨ ਮੈਂ ਲਗਾਤਾਰ ਨਾ 1 ਘੰਟਾ ਪ੍ਰਾਰਥਨਾ ਚਾਲੂ ਕਰਤੀ। ਜੋ ਮੈਂ ਪ੍ਰਾਰਥਨਾ ਚਾਲੂ ਕਰਤੀ, ਜਿਹੜੀ ਮੇਰੀ ਖਾਂਸੀ ਸੀ ਨਾ ਉਹ ਠੀਕ ਹੋ ਗਈ। ਤੇ ਤੁਹਾਨੂੰ ਪਤਾ ਆਪਾਂ ਪਰਮੇਸ਼ਰ ਨੂੰ ਜੋ ਮੰਨਦੇ, ਸ਼ੈਤਾਨ ਫਿਰ ਅਟੈਕ ਕਰਦਾ। ਉਹਨੇ ਮਤਲਬ ਮੈਨੂੰ ਨਾ ਫੜ ਲਿਆ ਸ਼ੈਤਾਨ ਨੇ ਵੀ ਇਹ ਪ੍ਰਾਰਥਨਾ ਕਰਨ ਡਿਆ ਪਿਆ 1 ਘੰਟਾ। ਤੇ ਉਹਨੇ ਜਦੋਂ ਮੈਨੂੰ ਫੜ ਲਿਆ, ਤੇ ਮਤਲਬ ਵੀ ਮੇਰੇ ਨਾ ਜਿਹੜੇ ਚੱਕਰ ਸੀ ਨਾ, ਚੱਕਰ ਲਗਾਤਾਰ ਮੈਨੂੰ ਆਉਣੇ ਚਾਲੂ ਹੋ ਗਏ, ਹਫ਼ਤਾ 1 ਤੇ ਚੱਕਰ ਆਉਣੇ ਚਾਲੂ ਹੋ ਗਏ। ਤੇ ਮੈਂ ਇਹ ਕੀ ਹੋਣ ਡਿਆ ਪਿਆ। ਫਿਰ ਮੈਂ ਪ੍ਰਾਰਥਨਾ ਸੰਤਾਂ ਕੋਲ ਆਇਆ,
ਤੇ ਸੰਤਾਂ ਨੇ ਮੇਰੇ ਤੇ ਪ੍ਰਾਰਥਨਾ ਕੀਤੀ, ਮੈਂ ਫੇਰ ਚੰਗਾ ਹੋ ਗਿਆ। ਮਤਲਬ ਹੁਣ ਨਹੀਂ ਹਟਣਾ, ਸੰਤਾਂ ਦੇ ਨਾਲ ਜੁੜੇ ਰਹਿਣਾ, ਸਾਰੇ ਭਾਈਆਂ ਭੈਣੀ ਜਾਣ ਸੀ ਜੀ। ਪਤਰਸ ਵਾਲੀ ਗਲਤੀ ਫਿਰ ਕਰਤੀ ਹੈ। ਤੂੰ ਬੋਲ ਪ੍ਰਭੂ ਤੇਰਾ ਅਨੁਗ੍ਰਹ ਮੈਨੂੰ ਚਲਾਇਆ ਗਿਆ ਤਾਂ ਮੈਂ ਚੱਲ ਸਕਦਾ। ਇਹ ਨਹੀਂ ਕਹਿਣਾ ਮੈਂ ਹਟਣਾ ਨਹੀਂ, ਤੈਨੂੰ ਰਾਤ ਨੂੰ ਘੇਰ ਲੈਣਾ ਫਿਰ ਉਹਨੇ। ਹਾਲੇਲੂਇਆ। ਸ਼ੈਤਾਨ ਬੜਾ ਚਲਾਕ ਆ, ਉਹ ਤੁਹਾਨੂੰ ਘੇਰੇਗਾ। ਜਦੋਂ ਵੀ ਇਹ ਗੱਲ ਯਾਦ ਰੱਖੋ, ਜਿਹੜਾ ਵਚਨ ਸਾਡੇ ਲਈ ਕਿ ਪ੍ਰਭੂ ਤੂੰ ਚਾਹਵੇ ਤੇ ਮੈਂ ਆ, ਫਿਰ ਤੇ ਤੈਨੂੰ ਪੂਰਾ ਜੰਪਾਂ ਤੇ ਲੈ ਕੇ ਆਵੇਗਾ। ਇਹ ਸਹੀ ਗੱਲ। ਚੱਲ ਤੂੰ ਮੈਨੂੰ ਇਹ ਦੱਸ, ਜਦੋਂ ਫਸਟ ਦਿਨ ਤੂੰ ਮੇਰੀ ਕਿ ਇੱਥੇ ਗਾ ਕੇ ਗਿਆ ਵਾਂ ਤੇ ਰਾਤ ਤੈਨੂੰ ਸ਼ੈਤਾਨ ਕੀ ਕਹਿੰਦਾ ਸੀ? ਜੋ ਤੂੰ ਮੇਰੇ ਨਾਲ ਗੱਲ ਕੀਤੀ ਕੀ ਕਹਿੰਦਾ? ਸ਼ੈਤਾਨ ਮੈਨੂੰ ਕਹਿੰਦਾ ਮਤਲਬ ਉਧਰ ਨਹੀਂ ਜਾਣਾ ਤੂੰ ਸੁਪਨੇ ਰਾਈ, ਹੋਰ ਜਿੱਧਰ ਮਰਜੀ ਆ। ਹਾਂ ਹਾਂ, ਸ਼ੈਤਾਨ ਕਹਿੰਦਾ ਉਧਰ ਨਹੀਂ ਜਾਣਾ। ਉਹਨੂੰ ਪਤਾ ਇੱਧਰ ਵਾਵਾ ਵੱਜਦੀਆਂ। ਤੇ ਜਿਹੜੇ ਮੇਰੇ 6 ਦਰਸ਼ਨ ਜਿਹੜੇ ਪਹਿਲੇ ਤੇਰੇ ਜੀਵਨ 'ਚ ਆਏ, ਜਦੋਂ ਤੂੰ ਮੇਰੀ ਕਵੈਰ 'ਚ ਨਹੀਂ, ਤੂੰ ਹੋਰ ਚਰਚ ਵਿੱਚ ਗਾਉਣਾ ਸਾਂ, ਜਦੋਂ ਤੈਨੂੰ ਸੁਪਨਿਆਂ ਦੇ ਦੁਆਰਾ ਪ੍ਰਭੂ ਦਾ ਦਾਸ ਨਜ਼ਰ ਆਉਂਦਾ, ਉਹਨੇ ਤੈਨੂੰ ਕੀ ਕਿਹਾ? ਉਹ 2 ਮਿੰਟ ਆਪਣੇ ਸੁਪਨੇ ਦੱਸ। ਮੈਂ ਹੋਰ ਕਿਸੇ ਚਰਚ 'ਚ ਜਾਣਾ ਹਾਂ, ਮਤਲਬ ਮੇਰੇ ਸੁਪਨਿਆਂ ਆਪਣਾ ਫੇਸ ਬਿਲਕੁਲ ਕੈਮਰੇ ਵੱਲ। ਮਹੀਨੇ ਬਾਅਦ ਸੁਪਨਾ ਦਰਸ਼ਨ ਦਿੰਦਾ ਸੀ, ਤੂੰ ਉਧਰ ਚੱਲ ਜਾ, ਉਧਰ ਚੱਲ ਜਾ, ਤੇਰੀ ਉਧਰ ਹੀ ਚੰਗਾਈ ਹੋਣੀ ਹੈ। ਪਰ ਫਿਰ ਵੀ ਨਹੀਂ ਮੈਂ ਮੰਨਿਆ, ਪਰਮੇਸ਼ਰ ਦੇ ਕਹਿਣੇ ਤੇ ਮੰਨਿਆ। ਮੈਂ ਫਿਰ ਮਤਲਬ ਵੀ ਚਰਚ ਬਦਲਦਾ ਰਿਹਾ, ਕਦੀ ਕਿੰਨਵੇਂ ਸੁਪਨੇ ਜਾਣ ਕੇ ਜਦੋਂ ਪ੍ਰਭੂ ਦੇ ਦਾਸ ਨੇ ਦੱਸਿਆ ਕਿ ਮੈਨੂੰ ਗੱਡੀ ਜਿਹੜੀ ਦਾਸਾਂ ਦੁਆਰਾ ਮਿਲਣੀ, ਮੈਨੂੰ ਸਾਰੀ ਬਲੈਸਿੰਗ ਜਿਹੜੀ ਦਾਸ ਦੁਆਰਾ ਮਿਲਣੀ, ਤੂੰ ਮੈਨੂੰ ਬਾਰ-ਬਾਰ ਇਹ ਬੋਲਦਾ ਸਾਂ ਕਿ ਮੈਨੂੰ ਮੈਂ ਖੁਦਾ ਦੇ ਦਾਸ ਹੁਣ ਮੈਂ ਉੱਧਰ ਜਾਣਾ ਜੋ ਮੈਨੂੰ ਪ੍ਰਭੂ ਕਹਿ ਰਿਹਾ। ਅੱਜ ਕਲੀਸਿਆ ਬਿਲਕੁਲ ਸੱਚ ਆ, ਅਸੀਂ ਕਿਸੇ ਨੂੰ ਛੱਡਿਆ ਨਹੀਂ ਅੱਜ ਵੀ, ਕਿਉਂਕਿ ਮੇਰੀ 12 ਤੋਂ 2 ਦੀ ਪ੍ਰੇਅਰ ਇੱਕ ਹੀ ਹੁੰਦੀ ਕਿ ਪ੍ਰਭੂ ਜਿੰਨੇ ਬੈਕ ਸਲਾਈਡ ਹੋਏ, ਇੱਕ ਸਿਸਟਰ ਨੂੰ ਮੈਂ ਵੇਖ ਰਿਹਾ, ਪ੍ਰਭੂ ਕਰੇ ਉਹਦਾ ਵੀ ਮਨ ਕਰ ਰਿਹਾ ਕਿ ਮੈਂ ਬਹੁਤ ਜਲਦ ਆਵਾਂ ਇੱਧਰ। ਮੈਂ ਇਹ ਨਹੀਂ ਦੱਸਾਂਗਾ ਜਿੱਦਣ ਆ ਜਾਏਗੀ ਨਾ, ਇਹ ਮੇਰਾ ਗੁਪਤ ਆ, ਇਹ ਮੇਰਾ ਔਰ ਮੇਰੇ ਪ੍ਰਭੂ ਜੀ ਆ। ਜਿੱਦਣ ਖੜੀ ਹੋਏਗੀ ਮੈਂ ਕਹਾਂਗਾ ਆਹ ਸਿਸਟਰ ਸੀ, ਇਹਦੇ ਬਾਰੇ ਮੈਂ ਦੱਸਿਆ ਨਹੀਂ, ਠੀਕ ਆ? ਕਿਉਂਕਿ ਜੇ ਮੈਂ ਉਹਦਾ ਨਾਮ ਬੋਲਤਾ ਤੇ ਉਹ ਝਟਕਾ ਵੱਜ ਜਾਣਾ ਅਗਲੇ ਸਨੇ, ਤੇ ਮੈਂ ਨਹੀਂ ਚਾਹੁੰਦਾ ਕਿ ਇਹਨੂੰ ਝਟਕਾ ਦੇਣਾ। ਤੇ ਮੈਂ ਸਰਪ੍ਰਾਈਜ਼ ਦੇਵਾਂਗਾ ਤੁਹਾਨੂੰ ਕਿ ਇਹ ਸਿਸਟਰ ਸੀ, ਆ ਚੁੱਕੀ ਆ। ਕਿਉਂਕਿ ਬਾਈਬਲ 'ਚ ਲਿਖਿਆ ਪ੍ਰਭੂ ਜੀ ਕੀਤੀ ਮਿਹਨਤ ਕਦੀ ਵੀ ਵਿਅਰਥ ਕੀ ਆ। ਮੈਂ ਹਮੇਸ਼ਾ ਹੀ ਕਰੰਥੀਆਂ 15:1-15 ਤੇ 58 ਨੂੰ ਯਾਦ ਰੱਖਦਾ। ਕੋਈ ਜੋ ਮਰਜ਼ੀ ਬੋਲੇ, ਪਰ ਪ੍ਰਭੂ ਦਾ ਵਚਨ ਜਿਹੜਾ ਬਿਲਕੁਲ ਅਟਲ ਆ। ਇਹ ਕਹਿੰਦਾ ਮੈਨੂੰ 6 ਵਾਰਾਂ ਤੁਹਾਡੇ ਦਰਸ਼ਨ ਹੋਏ, ਤੇ 6ਵੀਂ ਵਾਰ ਕਹਿੰਦਾ ਮਾਂ ਵੀ ਕਿਹਾ ਵੀ ਭਰਾ ਉੱਧਰ ਚੱਲ ਜੀ, ਮਾਰ ਨਹੀਂ ਖਾਣੀ। ਕਿਉਂਕਿ ਪ੍ਰਭੂ ਬਾਰ-ਬਾਰ ਇਹਨੂੰ ਹੁਣ ਵੀ ਅੱਜ ਹੁਣ ਮੈਨੂੰ ਪ੍ਰੇਅਰ ਦੇ ਵਿੱਚ ਰਾਤੀ ਵੀ ਨਜ਼ਰ ਆਇਆ ਹੈ। ਕਿਉਂਕਿ ਇੱਥੇ ਉਹ ਲੋਕ ਗਾਉਣਗੇ, ਬੰਦੇ ਮੈਨੂੰ ਦੇਖਦੇ ਜਾਣਦੇ ਕਿ ਜਿਹੜੇ ਤੇਰੇ ਵੱਲ ਮੈਂ ਕਰਦੇ ਆ, ਮੈਂ ਦੇਖ ਰਿਹਾ ਉਹਨਾਂ ਨੂੰ। ਔਰ ਪਿਛਲੇ ਬੰਨੇ ਪ੍ਰੀਤ ਦਾ ਜੋੜਾ ਵੀ ਆ ਰਿਹਾ, ਪ੍ਰੀਤ ਜੋੜਾ ਵੀ ਆ ਰਿਹਾ ਹੁਣੇ 2 ਮਿੰਟ। ਇਸ ਕਰਕੇ ਮੇਰੇ ਭੈਣ ਭਰਾ ਵੇਖੋ, ਇਹ ਗਵਾਹੀ ਸੀ। ਹੁਣ ਤੁਸੀਂ ਬਿਲਕੁਲ ਠੀਕ ਜੇ। ਹੁਣ ਅੱਜ ਕੀ ਪ੍ਰਭੂ ਨੇ ਬੋਲਿਆ ਕਿ ਬਾਈਬਲ ਪੜ੍ਹਨੀ, ਪ੍ਰੇਅਰ ਕਰਨੀ, ਰਿਆਜ਼ ਕਰਨਾ, ਪਰ ਸਭ ਤੋਂ ਜ਼ਿਆਦਾ ਬਾਈਬਲ ਤੇ ਪ੍ਰੇਅਰ 'ਚ ਰਹਿਣਾ। ਓਕੇ, ਹੋਰ ਕਿਸ ਦੀ ਗਵਾਹੀ? ਤਾਰੀਫ ਕਰੋ ਇਸ ਗਵਾਹੀ ਦੇ ਬਾਅਦ। ਲਾਸਟ ਗਵਾਹੀ ਆ, ਫਿਰ ਆਪਾਂ ਜਾ ਰਹੇ ਸਾਰੇ। ਮਾਈਕ ਦੇ ਸਿਸਟਰ, ਮਾਈਕ ਦੇ ਲਬਾ। ਹਾਂ ਓਕੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਕਿਸੇ ਨੇ ਜਾਣਾ ਨਹੀਂ ਜੇ ਮੈਂ ਕਲਮਾ ਬਰਖਾਸਤ ਕਰਨਾ, ਇੱਕ ਸਾਈਡ ਰਹਿਣਾ, ਕਿਸੇ ਨੇ ਭੱਜਣਾ। ਹਾਂ ਪਿੰਡ ਮੇਰਾ ਨਾਕਲਾਂ ਹੈ ਹੋਈ, ਔਰ ਨਾਮ ਮੇਰਾ ਮਹਿੰਦਰ ਕੌਰ ਆ। ਮੇਰੀ ਗਵਾਹੀ ਇਸ ਤਰ੍ਹਾਂ ਵਾ ਵੀ, ਔਰ ਕਾਫੀ ਦਿਨਾਂ ਤੋਂ 3-4 ਮਹੀਨੇ ਮੇਰੇ ਲੰਘ ਗਏ ਸੀ, ਔਰ ਇੱਕ ਮੇਰੇ ਦਾੜ ਦੇ ਉੱਪਰ ਔਰ ਬਹੁਤ ਵੱਡਾ ਕਾਂਬਲਾ ਹੋਇਆ ਸੀ। ਔਰ ਮੈਂ ਡਾਕਟਰ ਕੋਲ ਗਈ ਹਾਂ, ਡਾਕਟਰ ਨੂੰ ਮੈਂ ਦੱਸਿਆ, ਡਾਕਟਰ ਮੈਨੂੰ ਕਹਿੰਦਾ ਵੀ ਇਹਦੇ ਵਾਸਤੇ ਔਰ ਦੰਦਾਂ ਵਾਲੇ ਸਪੈਸ਼ਲ ਡਾਕਟਰ ਕੋਲ ਜਾਣਾ ਵਾ। ਔਰ ਮੈਂ ਸੋਚਿਆ ਕਿ ਉਹਦੇ ਕੋਲ ਜਾਊਂ, ਮੇਰਾ 500-700 ਰੁਪਇਆ ਲੱਗ ਜਾਣਾ ਵਾ। ਉਹਨੇ ਮੈਨੂੰ ਕੁਛ ਵੀ ਪਰਹੇਜ਼ ਦੱਸਣੇ ਵਾ। ਔਰ ਮੈਂ ਸੱਚਮੁੱਚ ਭੈਣ ਭਾਈਓ ਪੜ੍ਹੀ ਤਾਂ ਹੈ ਨਹੀਂ, ਔਰ ਪੜ੍ਹਿਆ ਜੋ ਦਾਸਾਂ ਕੋ ਸਿੱਖਦੀ ਹਾਂ, ਔਰ YouTube ਵੀ ਖੋਲ ਕੇ ਵੇਖਦੀ ਰਹਿੰਦੀ ਹਾਂ। ਔਰ ਸੱਚਮੁੱਚ ਉਹ ਪ੍ਰੇਰਣਾ ਮੈਂ ਆ ਬਾਈਬਲ ਖੋਲ ਕੇ ਉਹ 'ਤੇ ਹੱਥ ਰੱਖ ਕੇ ਪ੍ਰਭੂ ਕੋ ਮੰਗਦੀ ਹਾਂ, ਪਰਮੇਸ਼ਰ ਕੋ, ਪ੍ਰਭੂ ਜੋ ਤੇਰੇ ਦਾਸ ਸਿਖਾਉਂਦੇ ਸੱਚਮੁੱਚ ਅਸੀਂ ਸਿੱਖਣ ਵਾਲੇ ਹੋਈਏ, ਔਰ ਤੇਰਾ ਆਤਮਾ ਸਾਨੂੰ ਸਿਖਾਏ ਤਾਂ ਅਸੀਂ ਸਿੱਖ ਕੇ ਪ੍ਰਭੂ ਅਸੀਂ ਚੰਗਿਆਈ ਪਾ ਸਕੀਏ। ਭੈਣ ਭਾਈਓ ਵੱਡੇ ਰੋਗ ਤੋਂ ਮੈਂ ਚੰਗਿਆਈ ਪਾਈ, ਔਰ 3 ਮਹੀਨੇ ਦਾ ਰੋਗ ਸੀ ਮੇਰਾ। ਖੁਦਾ ਨੇ ਪਾਣੀ ਵਾਂਗੂ ਟਾਲਤਾ। ਮੈਂ ਤੂੰਬਾ ਭਰ ਕੇ, ਔਰ ਪ੍ਰਭੂ ਦਾ ਖੂਨ ਮੇਰੇ ਘਰ ਪਿਆ ਹੁੰਦਾ, ਮੈਂ ਭਰ ਕੇ ਤੂੰਬਾ ਉਸ ਦਾੜ ਤੇ ਰੱਖ ਕੇ ਔਰ ਨੱਪ ਛੜਿਆ। ਮੈਂ ਪ੍ਰਭੂ ਇਹ ਰੇਸ਼ੇ ਨੂੰ, ਗੰਦੀ ਬਦਰੂ ਨੂੰ ਨਾਸ਼ ਕਰ ਦੇ। ਔਰ ਮੈਂ 2.5 ਘੰਟੇ ਪ੍ਰਾਰਥਨਾ ਕੀਤੀ ਪਰਮੇਸ਼ਰ ਅੱਗੇ। ਪ੍ਰਭੂ ਨੇ ਮੈਨੂੰ ਉਸ ਬਿਮਾਰੀ ਤੋਂ ਆਜ਼ਾਦ ਕੀਤਾ ਆ। ਭੈਣ ਭਾਈਓ ਸੱਚਮੁੱਚ ਜੋ ਦਾਸਾਂ ਕੋ ਸਿੱਖੀ ਦਾ ਜੋ ਪ੍ਰਭੂ ਦਾਸਾਂ ਨੂੰ ਸਿਖਾਉਂਦਾ, ਸੱਚਮੁੱਚ ਭੈਣ ਭਾਈਓ ਸਾਡੀ ਬਿਹਤਰੀ ਤਰੱਕੀ ਵਾਸਤੇ ਆ। ਔਰ ਦੂਸਰੀ ਮੇਰੀ ਗਵਾਹੀ, ਔਰ ਜਿਸ ਦਿਨ ਮੈਂ ਪਿਛਲੇ ਮੰਗਲ ਮੈਂ ਪ੍ਰਾਰਥਨਾ ਕਰ ਰਹੀ ਸਾਂ, ਰਾਤ ਮੈਨੂੰ ਬੁਖਾਰ ਬਹੁਤ ਜ਼ਿਆਦਾ ਤੇਜ਼ ਚੜ੍ਹ ਗਿਆ ਸੀ, ਔਰ ਮੈਨੂੰ ਸਾਹ ਦੀ ਵੀ ਮੁਸ਼ਕਲ ਆ ਚੁੱਕੀ। ਮੈਂ ਭੈਣ ਭਾਈਓ ਘਰ ਦੇ ਵਿੱਚੋਂ ਇਕੱਲੀ ਪ੍ਰਾਰਥਨਾ ਕਰਨ ਵਾਲੀ ਆ। ਕੁਛ ਜਿਹੜੇ 3 ਸਾਡੇ ਘਰ ਦੇ ਵਿੱਚ ਜਲਦ ਰਹਿ ਰਹੇ ਨੇ, ਉਹ ਬਹੁਤ ਮੇਰਾ ਮਨ ਦੁਖੀ ਕਰਦੇ ਆ। ਫਿਲਮਾਂ ਵੇਖਦੇ ਆ, ਉਹ DJ ਲਾਉਂਦੇ ਆ,
ਔਰ ਗੰਦੇ ਸ਼ਬਦ ਵੇਂਦੇ ਆ ਪਰ ਮੇਰਾ ਮਨ ਟੁੱਟ ਜਾਂਦਾ ਵਾ। ਫਿਰ ਮੈਨੂੰ ਪ੍ਰਭੂ ਠਾਲ ਦਿੰਦਾ ਕਿ ਨਹੀਂ ਤੂੰ ਮਨ ਨਾ ਤੋੜ। ਰਾਤੀ ਵੀ ਮੈਨੂੰ ਪਰਮੇਸ਼ਰ ਨੇ ਕਿਹਾ ਕਿ ਤੂੰ ਮਨ ਨਾ ਤੋੜ, ਫੜ ਮੇਰਾ ਵਚਨ। ਐਸੇ ਵਕਤ ਬੱਚੀ ਪ੍ਰਾਰਥਨਾ ਤੇ ਬਹਿ ਜਾ। ਮੈਂ ਸੱਚਮੁੱਚ ਭੈਣ ਭਾਈਓ, ਔਰ ਮੇਰਾ ਬਿਸਤਰਾ ਲਾਉਣ ਤੋਂ ਇੰਨਾ ਕੁ ਚਾਲੂ ਹੋ ਗਈ, ਮੈਂ ਬੈੱਡ ਤੇ ਹੀ ਪ੍ਰਾਰਥਨਾ ਕਰਨੀ ਆ ਕਿ ਮੈਨੂੰ ਠੰਡ ਦੀ ਬਿਮਾਰੀ ਇੰਨੀ ਜ਼ਿਆਦਾ ਲੱਗ ਚੁੱਕੀ ਆ, ਪਰ ਮੈਂ ਪ੍ਰਭੂ ਨੂੰ ਛੱਡਦੀ ਨਾ, ਮੇਰਾ ਪ੍ਰਭੂ ਮੈਨੂੰ ਛੱਡਦਾ ਵਾ। ਇਹਨੇ ਮੇਰੇ ਜੀਵਨ ਦੀ ਗਵਾਹੀ ਕਿ ਸੱਚਮੁੱਚ ਜੈਸਮੀਨ ਔਰ ਰਾਖਿਲ ਔਰ ਬੁਆ ਜੀ ਔਰ ਗਏ, ਔਰ ਰਾਤ ਦੇ 2 ਵਜੇ ਜਦੋਂ ਮੈਂ ਉੱਠੀ, ਮੈਨੂੰ ਬਾਅਦ 'ਚ ਮੈਂ ਸੁੱਤੀ, ਮੈਂ ਵਚਨ ਰੱਖਿਆ ਆਪਣੀ ਛਾਤੀ ਉੱਤੇ, ਵਚਨ ਮੇਰਾ ਪਿਆਰ ਰਹਿ ਗਿਆ ਔਰ ਮੈਨੂੰ ਪ੍ਰਭੂ ਨੇ ਮਿੱਠੀ ਪਿਆਰੀ ਨੀਂਦ ਦੇਤੀ, ਬੁਖਾਰ ਤੋਂ ਵੀ ਯਾਦ ਕੀਤਾ, ਸਾਹ ਦੀ ਬਿਮਾਰੀ ਤੋਂ। ਔਰ ਜਦੋਂ ਜੈਸਮੀਨ ਗਈ ਔਰ ਨੱਚਦੀ ਮੈਨੂੰ ਔਰ ਰਾਖਲ ਨੇ ਨੱਚੀ, ਬੁਆ ਜੀ ਖਲੋਤੀ, ਬੁਆ ਜੀ ਕਹਿੰਦੀ ਕੋਈ ਗੱਲ ਨਹੀਂ। ਜੈਸਮੀਨ ਮੈਨੂੰ ਕਹਿੰਦੀ ਸੁਪਨੇ ਵਿੱਚ ਕਹਿ ਰਹੇ ਹਾਂਜੀ ਹਾਂ। ਔਰ ਸੁਪਨੇ ਦੇ ਵਿੱਚ ਮੈਨੂੰ 3 ਜਣੇ ਇਹ ਪਰਿਵਾਰ ਰੱਬ ਦੇ ਦਾਸਾਂ ਦੇ ਮਿਲੇ ਔਰ ਜੈਸਮੀਨ ਜਿਸ ਤਰ੍ਹਾਂ ਮੇਰੇ ਨਾਲ ਨੱਚਦੀ, ਰੱਬ ਦੀ ਮੇਰੇ ਨਾਲ ਲਾਡ ਕਰਦੀ, ਉਸੇ ਤਰ੍ਹਾਂ ਹੀ ਮੇਰੇ ਨਾਲ ਔਰ ਦੂਤ ਬਣ ਕੇ ਗਏ ਮੇਰੇ ਘਰ ਦੇ ਵਿੱਚ। ਔਰ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ, ਔਰ ਤੂੰ ਦਿਨੇ ਉੱਠੇਗੀ। ਦਿਨੇ ਮੈਂ ਉੱਠੀ, ਮੇਰਾ ਸਰੀਰ ਬਿਲਕੁਲ ਹਲਕਾ ਤੇ ਮੈਂ ਬਿਲਕੁਲ ਤੰਦਰੁਸਤ। ਮੈਂ ਸੱਚਮੁੱਚ ਭੈਣ ਭਾਈ ਆਣ ਕੇ ਆਪਣੀ ਬੂਆ ਜੀ ਨਾਲ ਗੱਲ ਕੀਤੀ ਔਰ ਬੂਆ ਜੀ ਨੇ ਮੈਨੂੰ ਕਿਹਾ ਕਿ ਭੈਣ ਅਸੀਂ ਨਹੀਂ ਗਏ ਔਰ ਰੱਬ ਤੇਰੇ ਦੂਤ ਪਰਮੇਸ਼ਰ ਨੇ ਤੇਰੇ ਘਰ ਘਲਾਏ ਵੀ ਜਦ ਬੱਚੀ ਵਿਸ਼ਵਾਸ ਕਰਦੀ ਤੇ ਇਹਨੂੰ ਇਸੇ ਵਕਤ ਅਸੀਂ ਚੰਗਿਆਂ ਕਰੀਏ। ਸੱਚਮੁੱਚ ਸਾਹ ਦੇ ਰੋਗ ਤੋਂ ਖੁਦਾ ਨੇ ਮੈਨੂੰ ਰਾਤ ਚੰਗਿਆਂ ਕੀਤਾ। ਔਰ ਇੱਕ ਗਵਾਹੀ ਮੇਰੇ ਬੇਟੇ ਦੀ ਆ ਤੀਸਰੀ, ਔਰ ਪੰਪ ਤੇ ਲੱਗਾ ਸੀ, ਉਹਨੂੰ 8000 ਰੁਪਇਆ ਉਹ ਪੰਪ ਵਾਲੇ ਨੇ ਪਾ ਦਿੱਤਾ ਸੀ। ਕੋਈ ਮਸ਼ੀਨਾਂ ਦੇ ਵਿੱਚ ਕੋਈ ਮੁਸ਼ਕਲ ਹੀ, ਔਰ ਮੈਂ ਰਾਤ ਪ੍ਰਾਰਥਨਾ ਕੀਤੀ, ਵੱਡਿਆਂ ਦਾਸਾਂ ਕੋ ਪ੍ਰਾਰਥਨਾ ਕਰਾ ਕੇ ਗਈ, ਕੁਛ ਮੈਂ ਆਪ ਕੀਤੀ। ਮੈਂ ਪਰਮੇਸ਼ਰ ਤੂੰ ਆਨਾ ਔਰ ਦਸੰਤ ਕਹਿੰਦੇ ਤੁਸੀਂ ਡਾਂਟੋ ਇਹਨਾਂ ਚੀਜ਼ਾਂ ਨੂੰ। ਮੈਂ ਪ੍ਰਭੂ ਵਚਨ ਫੜ ਕੇ ਤੇਰਾ ਡਾਂਟਦੀ ਆ। ਜਿਹੜੀ ਵੀ ਦੁਸ਼ਟ ਆਤਮਾ ਉਸ ਪੰਪ ਦੇ ਉੱਤੇ ਬੈਠੀ ਆ ਔਰ ਮੇਰੇ ਬੱਚੇ ਦਾ ਵਿਸ਼ਵਾਸ ਆ, ਇਹ 8000 ਦੇ ਵਿੱਚੋਂ ਮੈਂ ਪ੍ਰਭੂ ਇਸੇ ਵਕਤ ਸਾਨੂੰ ਛਡਾਏਗਾ। ਮੈਂ ਦਾਸਾਂ ਨੇ ਪ੍ਰਾਰਥਨਾ ਕੀਤੀ ਕਿ ਪੁੱਤ ਜਾ ਤੂੰ ਕੋਈ ਗੱਲ ਨਹੀਂ, ਪਰੇਸ਼ਾਨ ਨਾ ਹੋ। ਸਾਹਿਲ ਬੜਾ ਪਰੇਸ਼ਾਨ, ਮੇਰੇ ਨਾਲ ਗੱਲ ਨਹੀਂ ਕਰਦਾ ਕਿ ਮੇਰੀ ਮੰਮੀ ਨੇ ਕਹਿਣਾ ਤੂੰ ਪੰਪ ਤੇ ਰਹਿ ਪੋ, ਮੈਂ ਪੈਸਾ ਨਹੀਂ ਦੇਣਾ। ਉਹ ਡਰਦਾ ਹੀ ਮੇਰੇ ਕੋਲੋਂ, ਪਰ ਵਿੱਚ ਪੀ ਵੀ ਜਾਂਦਾ ਹੀ, ਪਰ ਮੈਨੂੰ ਪੁੱਛਿਆ ਪਿਆਰ ਨਾਲ। ਮੈਂ ਸਾਹਿਲ ਪ੍ਰਭੂ ਸਭ ਕੁਝ ਕਰਨ ਦੀ ਸਾਮਰਥ ਰੱਖਦਾ, ਤੂੰ ਨਾ ਡਰ ਤੇ ਨਾ ਘਬਰਾ। ਇਸੇ ਵਕਤ ਮੈਂ ਜਦ ਸਾਨੂੰ ਦਾਸ ਰੱਬ ਨੇ ਦਿੱਤੇ, ਹਰ ਗੱਲ ਨੂੰ, ਹਰ ਬਿਮਾਰੀ ਨੂੰ, ਹਰ ਗੱਲਾਂ ਨੂੰ ਸਾਡੀਆਂ ਨੂੰ ਡਾਂਟਦੇ ਆ। ਹਰ ਦੁਸ਼ਟ ਦੀਆਂ ਆਤਮਾ ਡਾਂਟੀਆਂ ਉਸ ਪੰਪ ਨੂੰ। ਉਸੇ ਵੇਲੇ ਪੰਪ ਵਾਲੇ ਦਾ ਮੇਰੇ ਜਾਣ ਤੋਂ ਪਹਿਲਾਂ ਫੋਨ ਆ ਗਿਆ ਕਿ ਭੈਣ ਜੀ ਅਸੀਂ ਪੈਸਾ ਕੋਈ ਨਹੀਂ ਸਾਹਿਲ ਨੂੰ ਪਾਉਣਾ, ਸਾਹਿਲ ਕੰਮ ਤੇ ਤੁਰਿਆ ਰਵੇ, ਜੇ ਹਟ ਗਿਆ ਤੇ ਮੈਂ 8000 ਰੁਪਇਆ ਇਹਨੂੰ ਪਾ ਦੇਣਾ। ਇਹ ਨਹੀਂ ਮੇਰੇ ਜੀਵਨ ਦੀ ਗਵਾਹੀ ਭੈਣ ਭਾਈਓ। ਸੱਚਮੁੱਚ ਜੋ ਦਾਸਾਂ ਕਵਾਈ ਦਾ, ਜੋ ਸਿੱਖੀ ਦਾ, ਉਹ ਆਪਣੇ ਘਰ ਦੇ ਵਿੱਚ ਵਲਡਾਂ ਨੂੰ ਸਿੱਖ ਕੇ ਉਹ ਕਰੀਦਾ, ਉਹ ਵਲਡਾਂ ਦੁਆਰਾ ਪ੍ਰਭੂ ਸਾਨੂੰ ਆਸ਼ੀਸ਼ ਕਰਦਾ ਆ। ਭੈਣ ਭਾਈਓ ਜੋ ਵੀ ਦਾਸ ਕਹਿੰਦੇ ਆ, ਸੱਚਮੁੱਚ ਉਹ ਦਾਸ ਬਿਲਕੁਲ ਵਚਨਾਂ ਦੁਆਰਾ ਸਾਨੂੰ ਡਾਂਟਦੇ ਆ। ਇਹਨਾਂ ਡਾਂਟ ਕੇ ਆਪਾਂ ਉਹਨਾਂ ਵਚਨਾਂ ਚੱਲ ਕੇ ਬਾਈਬਲ ਖੋਲ ਕੇ ਵਚਨਾਂ ਦੇ ਉੱਤੇ ਚੱਲੀ। ਪ੍ਰਭੂ ਨੇ ਉਸੇ ਵੇਲੇ ਖੁਦਾ ਨੇ ਪ੍ਰਭੂ ਨੇ ਉਹਦਾ ਫੋਨ ਆਇਆ ਪੰਪ ਵਾਲੇ ਦਾ ਵੀ ਭੈਣ ਕੋਈ ਪੈਸਾ ਨਹੀਂ, ਤੂੰ ਇਸੇ ਵਕਤ। ਮੈਂ ਵੇ ਅਸੀਂ ਸੱਚੇ ਰਾਧਕਾਂ ਨਾਲ ਜੁੜੇ ਆ, ਸੱਚੀ ਬਾਣੀ ਨੂੰ, ਸੱਚੇ ਪਰਮੇਸ਼ਰ ਨੂੰ ਜਾਣਦੇ ਆ ਭਾਜੀ। ਮੈਂ ਵੇ ਤੂੰ ਇਹ ਨਾ ਸੋਚ ਵੀ ਅਸੀਂ ਤੇਰੇ ਨਾਲ ਡਰ ਕੇ ਗੱਲ ਕਰਾਂਗੇ, ਅਸੀਂ ਸੱਚੇ ਆ। ਜਦ ਬੱਚਾ ਘਰੋਂ ਚੱਲਿਆ ਸੀ ਇਹੋ ਕਿਹਾ ਕਿ ਦਾਸ ਕਹਿੰਦੇ ਝੂਠ ਨਾ ਮਾਰਿਓ, ਸੱਚ ਬੋਲੋਗੇ ਸੱਚਾਈ ਤੁਹਾਨੂੰ ਯਾਦ ਕਰੇਗੀ। ਪ੍ਰਭੂ ਦੇ ਦਾਸ ਜੋ ਕਹਿੰਦੇ ਅਸੀਂ ਉਹਨਾਂ ਵਚਨਾਂ ਤੇ ਚੱਲਦੇ ਆ। ਇਹਨੇ ਮੇਰੇ ਜੀਵਨ ਦੀ ਗਵਾਹੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਰਾਤੀ ਨਾ ਉਹ ਭੈਣ ਘਰ ਮੈਂ ਸੰਗਤ ਤੇ ਗਈ, ਉਹਨਾਂ ਦਾ ਵਿਆਹ ਸੀ ਮੁੰਡੇ ਦਾ, ਤੇ ਸੰਗਤ ਤੇ ਗਈ ਤੇ ਮੈਂ ਭਾਜੀ ਨੂੰ ਆਖਿਆ ਵੀ ਮੇਰੀ ਛਾਤੀ 'ਚ ਦਰਦ ਬੜੀ ਹੋਣ ਡਈ ਆ। ਉਹ ਤਾਂ ਮੈਨੂੰ ਬਹਿਣ ਵੀ ਨਹੀਂ ਦਿੰਦਾ, ਉਹ ਸ਼ੈਤਾਨ ਜਿਹੜਾ ਮੈਨੂੰ ਬਹਿਣ ਨਹੀਂ ਦਿੰਦਾ ਵੀ ਚੱਲ ਬਾਹਰ ਨੂੰ ਚੱਲ, ਬਾਹਰ ਨੂੰ ਚੱਲ। ਮੈਂ ਬਾਹਰ ਨੂੰ ਮੈਂ ਨਹੀਂ ਜਾਣਾ, ਮੈਂ ਬੈਠੀ ਰਹਿਣਾ ਹੁਣ ਤੇ ਬੈਠੀ ਰਹਿਣਾ। ਤੇ ਇਹਨਾਂ ਨੇ ਫਿਰ ਦੁਆ ਪ੍ਰਾਰਥਨਾ ਕੀਤੀ ਤੇ ਮੈਂ ਉਸੇ ਵੇਲੇ ਸਹੀ ਹੋ ਗਈ। ਔਰ ਰਾਤ ਦੀ ਬਿਲਕੁਲ ਠੀਕ? ਹਾਂਜੀ। ਨੀਂਦ ਵਧੀਆ ਆਈ? ਰਾਤੀ ਤਾਂ ਮੈਨੂੰ ਨੀਂਦ ਨਹੀਂ ਆਈ। ਨੀਂਦ ਨਹੀਂ ਆਈ? ਉਹ ਪ੍ਰਭੂ ਕਹਿੰਦਾ ਨਾ ਪ੍ਰੇਅਰ ਕਰੋ ਤਾਂ ਨਹੀਂ ਨੀਂਦ ਆਈ। ਬਾਕੀ ਉਹ ਦਰਦ ਤੇ ਨਹੀਂ ਨਾ ਆਈ? ਹੁਣ ਦਰਦ ਬਿਲਕੁਲ ਠੀਕ ਆ? ਕੀ ਹੁੰਦਾ ਇਹ ਛਾਤੀ 'ਚ ਦਰਦ ਨਿਕਲਦੀ? ਹਾਂ, ਤੇ ਮੋਰਾਂ ਨੂੰ ਵੀ ਜਾਂਦੀ। ਰਾਤ ਦੀ ਬਿਲਕੁਲ ਓਕੇ ਆ? ਕੱਲ ਸਵੇਰ ਦੀ ਹੋਣ ਦੀ ਕਿ ਕਿਦਨ ਦੀ ਹੋਣ ਦੀ? ਇਹ ਕਿੰਨੇ ਦਿਨਾਂ ਦੀ ਹੋਣ ਡਈ ਹੈ ਤੈਨੂੰ?
ਉਹ ਹੁਣ ਸੰਗਤੀ ਵੀ ਟੁੱਟ ਗਈ ਨਾ ਕਿ ਰਾਤ ਨੂੰ ਰੋਜ਼ ਇਕੱਠੇ। ਹੁਣ ਸੁਣੋ ਮੇਰੀ ਗੱਲ ਸੁਣੋ, ਕੱਲ ਤੋਂ ਅੱਜ ਤੋਂ ਆਪਾਂ ਬੰਦਗੀ ਸ਼ੁਰੂ ਕਰੀਏ। ਚਲੋ ਕੱਲ ਤੋਂ ਅੱਜ ਨਹੀਂ, ਮਤਲਬ ਕੱਲ ਤੋਂ ਕਰਾਂਗੇ ਸਾਰੇ ਜਿੰਨੇ ਵੀ ਆਪਾਂ ਰਾਤ ਦੀ ਮੀਟਿੰਗ ਰੋਜ਼ ਸ਼ੁਰੂ ਕਰੀਏ, ਮਤਲਬ 8 ਤੋਂ 10 10:30 ਤੱਕ। ਜਿੱਦਣ ਬੰਦਗੀ 12 ਗੁਰੂ ਤੁਹਾਨੂੰ ਕਿਸੇ ਦੇ ਘਰ ਹੋਏਗੀ, ਨਹੀਂ ਤੇ ਰਾਤ ਨੂੰ ਰੋਜ਼ ਇੱਥੇ ਰੋਜ਼ ਹੋਏਗੀ। ਕਿਉਂਕਿ ਬੰਦਗੀ ਸ਼ੁਰੂ ਕਰਨਾ ਸਾਡਾ ਹੀ ਫਾਇਦਾ ਵਾ। ਵਚਨਾਂ 'ਚ ਅਸੀਂ ਬਣੇ ਰਵਾਂਗੇ ਤੇ ਬਿਮਾਰੀਆਂ ਤੋਂ ਬਚੇਗੀ ਆ। ਤੇ ਜੇ ਆਉਣਾ ਹਫਤੇ ਬਾਅਦ ਇੱਕ ਦਿਨ ਸੰਡੇ ਆ ਗਏ ਤਾਂ ਵੀ ਬੁੱਧਵਾਰ ਆ ਗਏ, ਬਾਕੀ 6 ਦਿਨ ਘਰ ਰਹੇ ਤਾਂ ਉਹ ਤਾਂ ਸਮਝ ਲਓ ਵੱਧ ਨਹੀਂ ਸਕਦਾ। ਸਮਝ ਲੱਗੀ ਨਾ? ਬਾਈਬਲ 'ਚ ਲਿਖਿਆ ਪਹਿਲੀ ਸਦੀ ਦੇ ਲੋਕ ਕੀ ਕਰਦੇ, ਰੋਟੀ ਤੋੜਦੇ, ਪ੍ਰੇਅਰ ਕਰਦੇ, ਸਿੱਖਿਆ ਲੈਂਦੇ ਤੇ ਲੱਗੇਗੀ ਆ। ਬਸ ਆਪਾਂ ਉਹ ਬਣਨਾ ਵਾ, ਦੂਸਰੇ ਦਿਨ। ਹਾਂਜੀ, ਇੱਕ ਮੇਰੀ ਗਵਾਹੀ ਤੇ ਮੇਰਾ ਨਾ ਬੱਚਾ ਜਿਹੜਾ ਹੈ ਨਾ, ਛੋਟਾ ਮੁੰਡਾ ਜਿਹੜਾ ਆਸ਼ੂ, ਉਹ ਵੀ ਮੇਰੀ ਨਹੀਂ ਮੰਨਦਾ ਸੁਣਦਾ ਹੁੰਦਾ। ਤੇ ਉਹ ਕਿਤੇ ਚੱਲ ਗਿਆ ਇੱਧਰ ਮੋਟਰਸਾਈਕਲ ਲੈ ਕੇ ਨਾ ਕਿਸੇ ਦਾ, ਉਹ ਇੱਧਰ ਸ਼ਹਿਰ ਚੱਲ ਗਿਆ, ਗੁਰੂ ਨਾਨਕ ਹਸਪਤਾਲ ਲਾ ਕੇ ਚੱਲ ਗਿਆ। ਉੱਥੇ ਜਾ ਕੇ ਤੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਫੜ ਲਿਆ। ਪੁਲਿਸ ਵਾਲੇ ਲੈ ਕੇ ਜਾ ਕੇ ਉੱਥੇ ਚੌਂਕੀ ਲੈ ਗਏ ਤੇ ਮੁੜ ਕੇ ਉਹਨੇ ਮੈਨੂੰ ਨਹੀਂ ਉਹਨਾਂ ਦੱਸਿਆ ਵੀ ਆਹ ਗੱਲ ਹੋ ਗਈ, ਵੀ ਆਹ ਗੱਲ ਮੈਨੂੰ ਦੱਸੀ ਨਹੀਂ। ਮੁੜ ਕੇ ਹੋਰ ਕਿਸੇ ਨਾਲ ਗੱਲਾਂ ਕਰਦਾ ਰਿਹਾ। ਉਤਰ ਕੋਠੇ ਤੇ ਕੋਈ ਖਲੋਤਾ ਤੇ ਉਹਦੇ ਨਾਲ ਕੋਈ ਗੱਲਾਂ ਕਰਦਾ, ਜਿਹੜਾ ਕੋਈ ਮੁੰਡਾ ਹੋਊਗਾ ਉਹਦੇ ਨਾਲ ਕੋਈ ਗੱਲਾਂ ਕਰਦਾ ਹੋਊਗਾ। ਤੇ ਉਹ ਮੁੜ ਕੇ ਫਿਰ ਇਹਨੇ ਮੇਰੇ ਮੁੰਡੇ ਨੇ ਮੋਬਾਇਲ ਹੀ ਵੇਚ ਦਿੱਤੇ, ਮੋਬਾਇਲ ਹੀ ਵੇਚਤਾ, ਮੋਬਾਇਲ ਆਪਣਾ ਜਿਹੜਾ ਵੇਚਤਾ ਹੈ। ਮੈਂ ਚੰਗਾ ਹੋਇਆ ਤੇ ਜੱਬ ਗਲੋਂ ਲੱਥਾ, ਸਗੋਂ ਵਿੱਚ ਮਾੜੀਆਂ ਚੰਗੀਆਂ ਗੱਲਾਂ ਕਿਤੇ ਬੜੀਆਂ ਵੇਖਦਾ ਹੁੰਦਾ ਸੀ। ਕੁੜੀਆਂ ਨੂੰ ਫੋਨ ਬੜਾ ਕਰਦਾ ਹੁੰਦਾ ਸੀ, ਜੋ ਸਾਨੂੰ ਡੈਡੀ ਦੱਸਦੇ ਨਾ ਉਹ ਕੁਛ ਹੁੰਦਾ ਸੀ। ਜੋ ਦਾਦਾ ਹੀ ਸਾਡਾ ਮੁੰਡਾ ਜਿਹੜਾ ਕਰਦਾ ਹੁੰਦਾ ਸੀ। ਹੁਣ ਉਦੋਂ ਦਾ ਜਿੱਦਾਂ ਦਾ ਨੇ ਮੋਬਾਇਲ ਵੇਚਤਾ ਨਾ, ਹੁਣ ਕੋਈ ਨਾ ਕੋਈ ਕਰਦਾ ਹੀ ਆ ਗੱਲਬਾਤ, ਤੇ ਨਾ ਹੁਣ ਕੰਮ ਕਰਕੇ ਤੇ ਆਰਾਮ ਨਾਲ ਆਣ ਕੇ ਸੌਂ ਜਾਂਦਾ। ਜੋ ਸਮਝਦਾ ਮੈਂ ਤਾਂ ਸ਼ੁਕਰ ਕੀਤਾ ਵੀ ਖੁਦਾ ਬਾਬ ਇਹਦਾ ਜਿਹੜਾ ਨਾ ਇਹ ਗੰਦ ਮਟਾਤਾ, ਗੰਦ ਮਟਾ। ਤਾਰੀਫ ਕਰੋ ਜ਼ੋਰ ਦੇ ਨਾਲ। ਵੈਰੀ ਗੁੱਡ, ਵੈਰੀ ਗੁੱਡ। ਵੇਖ ਲਓ ਭੈਣ ਨੇ ਕਿਹਾ ਜੋ ਡੈਡੀ ਵੀ ਜੋ ਦਾਦੇ ਖੁਦਾ ਦੇ ਦਾਸ ਉੱਦਾਂ ਹੀ ਹੁੰਦਾ ਸੀ। ਵਾਕਿਆ ਸੱਚ ਆ। ਜਦੋਂ ਆਪਾਂ ਵਚਨ ਸੁਣਦੇ ਨਾ, ਜਦੋਂ ਸਾਡੇ ਅੰਦਰੋਂ ਕਮੀ ਹੁੰਦੀ, ਸਾਨੂੰ ਆਟੋਮੈਟਿਕ ਲੱਗਦਾ ਕਿ ਮੇਰੇ ਲਈ ਬੋਲਣ ਦੇ ਆ। ਔਰ ਕਿੰਨਾ ਸੋਹਣਾ ਵੇਖੋ, ਮਾਂ ਥੋੜੀ ਚਾਹੁੰਦੀ ਆਪਣੇ ਬੱਚੇ ਨੂੰ ਗਲਤ ਸਕਦੀ ਚ ਘੜੀ। ਬਸ ਬੀਬੀ, ਹੋਰ ਤੇ ਨਹੀਂ ਕੋਈ ਗਵਾਹੀ? ਚਲੋ ਠੀਕ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤੁਹਾਡੀ ਵੀ ਗਵਾਹੀ ਆ। ਸਭ ਬੰਦ ਕਰੋ, ਲਾਸਟ ਪ੍ਰੇਅਰ ਕਰਾਂਗੇ। ਪ੍ਰੇਜ਼ ਲਾਰਡ, ਧੰਨਵਾਦ ਕਰਦੇ ਖੁਦਾਵੰਦ, ਤੁਹਾਡੀ ਤਾਰੀਫ ਕਰਦੇ ਖੁਦਾਵੰਦ। ਜੋ ਖੁਦਾਵੰਦ ਅਸੀਂ ਤੁਹਾਡੇ ਕੰਮਾਂ ਨੂੰ ਦੇਖਿਆ, ਮੈਂ ਧੰਨਵਾਦ ਕਰਦਾ ਪ੍ਰਭੂ। ਅੱਜ ਇਹਨਾਂ ਭੈਣ ਭਰਾਵਾਂ ਨੇ ਗਵਾਹੀਆਂ ਦਿੱਤੀਆਂ। ਅੱਜ ਸੁਪਰ ਡੁਪਰ ਪ੍ਰਭੂ ਵਰਸ਼ਿਪ 'ਚ ਸੁਪਰ ਡੁਪਰ ਤੁਹਾਡੇ ਕੰਮ ਵੇਖੇ ਖੁਦਾਵੰਦ। ਔਰ ਤੁਸੀਂ ਮਹਾਨ ਜੇ ਪ੍ਰਭੂ। ਇਸੇ ਤਰ੍ਹਾਂ ਸਾਡਾ ਪਰਸਨਲ ਰਿਸ਼ਤਾ ਤੁਹਾਡੇ ਨਾਲ ਜੁੜਿਆ ਰਹੇ ਮੇਰੇ ਖੁਦਾ। ਔਰ ਮੇਰੇ ਜਿੰਨੇ ਚਰਚ ਦੇ ਲੋਕ ਨੇ, ਮੈਂ ਸਾਰਿਆਂ ਨੇ ਸ਼ੂਨ ਆਤਮਾ ਦੇ ਵਿੱਚ ਜੋ ਪ੍ਰਭੂ ਕਿਰਾਏ ਦੇ ਕਾਰਨ ਨਹੀਂ ਆ ਰਹੇ, ਪ੍ਰੋਬਲਮ ਦੇ ਕਾਰਨ ਨਹੀਂ ਆ ਰਹੇ, ਜੋ ਬਿਮਾਰ ਨੇ ਘਰਾਂ ਦੇ ਵਿੱਚ ਖੁਦਾ, ਉਹਨਾਂ ਨੇ ਸ਼ੂਨਾ। ਔਰ ਜਿੰਨੇ ਲੋਕ ਲਾਈਵ ਦੇਖਦੇ ਖੁਦਾਵੰਦ, ਆਪਣੇ ਘਰਾਂ ਵਿੱਚ ਆਨਲਾਈਨ ਦੇਖਦੇ ਖੁਦਾ, ਤੁਹਾਡਾ ਆਤਮਾ ਉਹਨਾਂ ਨੇ ਛੂਵੇ। ਔਰ ਪ੍ਰਭੂ ਮੈਂ ਧੰਨਵਾਦ ਕਰਦਾ, ਤੁਸੀਂ ਆਪਣੇ ਦਾਸ ਨੂੰ, ਦਾਸੀ ਨੂੰ ਔਰ ਪੂਰੀ ਫੈਮਿਲੀ ਨੂੰ ਪ੍ਰਭੂ ਚੁਣਿਆ ਕਿ ਅਸੀਂ ਬਹੁਤ ਸਾਰੇ ਭੈਣ ਭਰਾਵਾਂ ਨੂੰ ਦੱਸ ਸਕੀਏ, ਬਚ ਸਕੀਏ ਔਰ ਬਚਾ ਸਕੀਏ ਮੇਰੇ ਪ੍ਰਭੂ। ਪੂਰੀ ਕਵੈਰ ਦੇ ਵਾਸਤੇ ਪ੍ਰੇਰ ਕਰਦਾ। ਔਰ ਜਿੰਨੇ ਇੰਤਜ਼ਾਮੀ, ਜਿਨ੍ਹਾਂ ਬੱਚਿਆਂ ਨੇ ਪ੍ਰਭੂ ਇੰਤਜ਼ਾਮ ਸਾਰੇ ਸਾਊਂਡ ਦਾ, ਕੈਮਰੇ ਦਾ, ਕਵੈਰ ਦਾ, ਸਾਰੇ ਸਿਸਟਮ ਨੂੰ ਪ੍ਰਭੂ ਕੀਤਾ, ਇਹਨਾਂ ਨੂੰ ਹੋਰ ਸਾਰੀ ਆਸ਼ੀਸ਼ ਦਿਓ ਪ੍ਰਭੂ। ਔਰ ਜੋ ਪ੍ਰਭੂ ਜੀ ਤੁਹਾਡੇ ਦਾਸ ਇਹ ਜਗ੍ਹਾ 'ਤੇ ਤੁਹਾਡੇ ਖਾਦਮ ਨੇ ਪ੍ਰਭੂ, ਇਹਨਾਂ ਸਾਰਿਆਂ ਨੂੰ ਆਤਮਾ ਵਿੱਚ ਛੂਹਣੇ ਪ੍ਰਭੂ। ਜਿੱਦਾਂ ਇਹਨਾਂ ਦੀ ਆਉਣ 'ਚ ਮਦਦ ਕੀਤੀ, ਜਾਣ 'ਚ ਮਦਦ ਕਰਨੀ ਪ੍ਰਭੂ। ਔਰ ਪ੍ਰਭੂ ਇਹਨਾਂ ਦੀਆਂ ਗੱਡੀਆਂ ਨੂੰ ਬਲੈਸ ਕਰਦੇ, ਤੁਹਾਡੇ ਬਲੱਡ ਵਿੱਚ ਪਾਉਣੇ ਪ੍ਰਭੂ। ਔਰ ਮਿਡਨਾਈਟ ਪ੍ਰੇਅਰ ਔਰ ਆਉਣ ਵਾਲਾ ਸਮਾਂ ਪ੍ਰਭੂ ਇਹਨਾਂ ਜੀਵਨ 'ਚ ਬਲੈਸਡ ਹੋਵੇ ਪ੍ਰਭੂ। दया कृपा करे, मदद करे, यीशु के नाम में आमीन, आमीन, आमीन। सब जन प्रभु वाली प्रेयर करांगे। आए साडे बाप तुझे सुमानते हैं, तुहाडा नाम पाक में न जाए, तुहाडा राज आए, तुहाडी मर्जी जिस तरह समान ते बुरी जमीन ते बुरी होए, साडी रोज दी रोटी आसन दे, साडे कसूर सानू माफ़ करे जिस तरह असीं अपने कसूर वालों नू माफ़ कर दे, सानू जमैश विच ना पाए, सो बुराई तो बचाए, कि जो बादशाह कुदरत जलाल हमेशा हमेशा तुहाडा सब ले। आमीन, आमीन, आमीन। प्रभु दे दान दे वास्ते भी प्रेयर करते प्रभु, जिन्हां बच्चों ने अपनी कमां दे विचों प्रभु पैसा दिता गई तुहाडे भवन दे होर कमां नूं वधाई, और बहुत सारे लोग बचन प्रभु, उन्होंने भी आशीषित कर दो। जो ताईद दे रहे उन्होंने आशीषित कर दो, और जोड़े प्रभु जगह के वास्ते दे रहे उन्होंने भी आशीषित कर दो, और जो नहीं दे रहे प्रभु उन्होंने बुद्धि दो कि परमेश्वर के दासदानी साडा काम असीं अपने भवन नूं वड्डा करना, और यही बदलांगे तो बदलेगा, जो नहीं बदलांगे तो नहीं बदलेगा। प्रभु यीशु मसीह मैं तुहाडा धन्यवाद करता, यीशु के नाम में। सब जन खुदा बाप की मोहब्बत, रूह पाक की रफाकत और शराकत तुम तो लेके हमेशा तक साडे सारे नाल हुंदी रहे। आमीन, आमीन,
आमीन। हालेलुया, हालेलुया, हालेलुया। तो गॉड ब्लेस यू। प्रभु सबके साथ है। संडे सर्विस ले हैंड प्रेयर च फिर मिलांगे। अनैंटिंग ऑयल दे विच एक संडे मैं ऑयल लवांगा, सब तो पहले प्रेयर च जावांगा, पर संडे दे विच बहुत सारे प्रभु बड़े काम करनगे। आमीन। तो सब ने आना अपनी पूरी फैमिली नूं लैके आना। तो गॉड ब्लेस यू। प्रभु सब के साथ है। आमीन।